ਦਾ ਪਿਆਰ ਫਿਰ ਤੋਂ ਜਾਗ ਗਿਆ ਭਾਰਤੀ ਜਨਤਾ ਪਾਰਟੀ ਨਾਲ। ਹੂੰ ਇਹ ਕਿੱਥੇ ਪ੍ਰੋਗਰਾਮ 6 ਸਰ ਮਹੀਨੇ ਪਹਿਲਾਂ ਹੁੰਦਾ ਤਦ ਇਹਨਾਂ ਨੂੰ ਹੋਣਾ ਸੀ, ਤਦ ਇਹਨਾਂ ਨੇ ਵੀ ਨਹੀਂ ਜਾਣਾ ਸੀ। ਤਦ ਕਹਿੰਦਾ ਨਹੀਂ ਨਹੀਂ ਬਿਲਕੁਲ ਠੀਕ ਕਰੇ ਆਮ ਆਲੂ ਆਦਮੀ ਵਾਲੀਆ ਪਾਰਟੀ ਸਾਹਿਬ ਤੇ ਮੁੱਦੇ ਦੀ ਗੱਲ ਕਾਂਗਰਸ। ਕਰੋ, ਅੱਜ ਹਮੇਸ਼ਾ ਜੋਕਰ ਵਿਰੋਧੀ ਇਹਨਾਂ ਦਾ ਬੈਠ ਹਾਲ ਇਹ ਹੋਇਆ ਪਿਆ ਹੈ ਹੂੰ ਕਿ ਇਹਨਾਂ ਨੂੰ ਸਿਰਫ ਬੀਜੇਪੀ ਦਾ ਜਿਹੜਾ ਪਿਆਰ ਹੈ ਉਹ ਇਹਨਾਂ ਦੀ ਵੋਟਾਂ ਤੋਂ ਪਤਾ ਲੱਗਦਾ ਹੈ ਕਿ ਵੀ ਇਹਨਾਂ ਦਾ ਪਿਆਰ ਜਾਗ ਗਿਆ। ਇਸ ਕਰਕੇ ਹੁਣ ਬੀਜੇਪੀ ਜੋ ਕਰੇਗੀ, ਪਹਿਲਾਂ ਕਹਿੰਦੇ ਮੋਦੀ ਜੀ ਬਾਹਰ ਜਾਂਦੇ ਨੇ, ਹੁਣ ਕਹਿੰਦੇ ਬਾਹਰ ਜਾਂਦੇ ਨੇ, ਦੇਖੋ ਕਿੰਨਾ ਪਿਆਰ ਮਿਲਦਾ ਹੈ। ਪਹਿਲਾਂ ਇਹੀ ਪਾਰਟੀ ਅਕਾਲੀ ਦਲ ਸੀ ਜਿਹੜੀ ਖਿਲਾਫ ਬੋਲਦੀ ਸੀ, ਅੱਜ ਉਹ ਨਾਲ ਲੱਗੀ ਹੋਈ ਬੀਜੇਪੀ ਤੇ ਕਹਿੰਦੀ ਜੋ ਮਰਜ਼ੀ ਹੋਈ ਅਸੀਂ ਗੱਠਜੋੜ ਕਰਨਾ ਹੀ ਨਹੀਂ। ਨਹੀਂ ਉਹ ਤੇ ਰੋਜ਼ ਉਹਨਾਂ ਦੇ ਲੀਡਰ ਉਹਨਾਂ ਦਾ ਤਾਂ ਗੱਠਜੋੜ ਹੋਇਆ ਪਿਆ ਬਰਾੜ ਸਾਹਿਬ। ਇਹ ਤਾਂ ਹੁਣ ਉਹੀ ਡਰਾਮੇ ਕਰੀ ਜਾਂਦੇ, ਦੇਖੋ ਇੱਕ ਦੂਜੇ ਦੀ ਸਾਈਡ ਲਈ ਜਾਂਦੇ। ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਬਾਰ-ਬਾਰ ਕਿ ਆ ਕੇ ਅਰਵਿੰਦ ਜੀ ਕਰਦੇ ਨੇ, ਉਹ ਅਰਵਿੰਦ ਜੀ ਕਿਹੜੀ ਤੁਹਾਡੇ ਵਿਧਾਨ ਸਭਾ ਦਾ ਇਨੋਗ੍ਰੇਸ਼ਨ ਕਰ ਗਏ। ਗੱਲ ਤਾਂ ਚੱਲ ਰਹੀ ਹੈ ਵੀ ਲੋਕ ਸਭਾ ਦਾ, ਰਾਜ ਸਭਾ ਜਿਹੜੀ ਕਿ ਪ੍ਰੈਜ਼ੀਡੈਂਟ ਨੂੰ ਕਰਨਾ ਚਾਹੀਦੀ। ਤੁਸੀਂ ਕਹਿੰਦੇ ਅਰਵਿੰਦ ਜੀ ਕਰ ਗਏ, ਅਰਵਿੰਦ ਜੀ ਕਰਨਗੇ ਹੀ, ਤੁਹਾਨੂੰ ਉਹਦੇ ਨਾਲ ਤਕਲੀਫ ਕੀ? ਤੁਸੀਂ ਇਹ ਕਹੋ ਵੀ ਹਾਂ ਨਰਿੰਦਰ ਮੋਦੀ ਜੀ ਬਿਲਕੁਲ ਠੀਕ ਕਰ ਰਹੇ ਹੈ, ਤੁਸੀਂ ਇਸ ਗੱਲ ਨੂੰ ਐਡਮਿਟ ਕਰਦੇ ਹੋ ਮਤਲਬ ਕਿ ਨਰਿੰਦਰ ਮੋਦੀ ਠੀਕ ਕਰ ਰਹੇ, ਅਸੀਂ ਕਹਿ ਰਹੇ ਨਹੀਂ ਠੀਕ ਕਰ ਰਹੇ। ਔਰ ਇਸ ਤੋਂ ਇਲਾਵਾ ਇਸ 'ਚ ਦੋ ਚੀਜ਼ਾਂ ਹੋਰ ਨੇ। ਜਾਣ ਕੇ ਇਹਦੀ ਡੇਟ ਨੂੰ ਵੀ ਸਿਲੈਕਟ ਕੀਤਾ ਗਿਆ। ਕਿਉਂ ਸਿਲੈਕਟ ਕੀਤਾ ਗਿਆ? ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਖਾਸੀਅਤ ਹੈ, ਮੈਂ ਤਾਂ ਅਕਾਲੀ ਦਲ ਤੇ ਇਸ ਗੱਲ ਤੇ ਹੈਰਾਨ ਹਾਂ ਕਿ ਜਿਹੜੀ ਪੋਲਰਾਈਜੇਸ਼ਨ ਦੇ ਖਿਲਾਫ ਸੀਗੀ ਪਾਰਟੀ ਉਹ ਵੀ ਨਾਲ ਲੱਗੀ ਜਾਂਦੀ ਹੈ, ਜਿਹੜੀ ਅਗੇਂਸਟ ਬੋਲਦੀ ਸੀਗੀ ਉਹ ਨਾਲ ਲੱਗੀ ਜਾਂਦੀ ਹੈ, ਜਿਹੜੀ ਤਰੀਕ ਜਿਹੜੀ ਹੈ ਉਹ ਵੀ ਇਹਦੇ ਅੰਦਰ ਕੰਟਰੋਵਰਸ਼ਲ ਹੈ। ਉਹ ਜਿਹੜੀ ਮੋਦੀ ਸਾਹਿਬ ਨੇ ਨਾ, ਉਹ ਹਰ ਇੱਕ ਚੀਜ਼ ਨੂੰ ਕੁਝ ਨਾ ਕੁਝ ਕ੍ਰੀਏਟ ਕਰਨਾ ਚਾਹੁੰਦੇ ਨੇ। ਉਹ ਇਸ ਚੀਜ਼ ਨੂੰ ਇੱਕ ਇਵੈਂਟ ਬਣਾ ਰਹੇ ਨੇ ਔਰ ਆਪਣੀ ਬੱਲੇ ਬੱਲੇ ਕਰਾ ਰਹੇ ਨੇ। ਪੈਸਾ ਸਰਕਾਰ ਦਾ, ਪੈਸਾ ਲੋਕਾਂ ਦਾ, ਬੱਲੇ ਜਿਹੜੀ ਹੈ ਉਹ ਨਰਿੰਦਰ ਮੋਦੀ ਦੀ। ਜੈਵਾਸ ਜੀ। ਹਾਂਜੀ ਬਰਾੜ ਸਾਹਿਬ, ਮੈਂ ਸੁਣਿਆ, ਸਭ ਨੂੰ ਸੁਣਿਆ ਤੇ ਮੈਂ ਹੁਣ ਦੋ ਤਿੰਨ ਚੀਜ਼ਾਂ ਕਹਿਣੀਆਂ ਚਾਹਨਾ। ਪਹਿਲੀ ਗੱਲ ਇਹ ਕਹਿ ਰਹੇ ਨੇ ਖੜਿਆਲ ਸਾਹਿਬ ਕਿ ਅੰਡਰਮਾਈਨਿੰਗ ਦ ਆਫਿਸ ਆਫ ਦ ਪ੍ਰੈਜ਼ੀਡੈਂਟ। ਹੁਣ ਇਹ ਤੇ ਗੱਲ ਹੀ ਨਾ ਕਰਨ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਾਡਾ ਸਿੱਖ ਪ੍ਰੈਜ਼ੀਡੈਂਟ ਸੀਗਾ, ਇੱਕੋ ਹੀ ਸਿੱਖ ਪ੍ਰੈਜ਼ੀਡੈਂਟ ਉੱਥੇ ਹੈਗੇ ਸੀਗੇ, ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਖੱਜਲ ਕੀਤਾ ਸੀ, ਜ਼ਲੀਲ ਕੀਤਾ ਸੀਗਾ ਕਾਂਗਰਸ ਪਾਰਟੀ ਨੇ। ਤੇ ਪ੍ਰੈਜ਼ੀਡੈਂਟ ਦੇ ਆਫਿਸ ਨੂੰ ਅੰਡਰਮਾਈਨ ਕਿੱਦਾਂ ਕਰਨਾ ਹੈ, ਉਹਦਾ ਪ੍ਰੈਸੀਡੈਂਟ ਤੇ ਕਾਂਗਰਸ ਪਾਰਟੀ ਨੇ ਹੀ ਸੈੱਟ ਕੀਤਾ ਹੈ। ਬਾਕੀ ਦੋ ਤਿੰਨ ਪੁਆਇੰਟਸ ਜਿਹੜੇ ਨੇ ਤੁਹਾਨੂੰ ਟਾਂਡਾ ਸਾਹਿਬ ਨੇ ਦੱਸ ਦਿੱਤੇ ਨੇ ਕਿ ਮੈਡਮ ਸੋਨੀਆ ਗਾਂਧੀ ਕਿੱਥੇ ਕਿੱਥੇ ਜਾ ਕੇ ਸਟੇਟਸ ਦੇ ਵਿੱਚ ਇੱਥੇ ਉਹਨਾਂ ਨੇ ਕਿੰਨਾ ਇਨੋਗਰੇਟ ਕੀਤਾ। ਇਹ ਜਿਹੜਾ ਪ੍ਰੈਸੀਡੈਂਟ ਹੈਗਾ ਨਾ, ਕਿ ਕੌਣ ਇਨੋਗਰੇਟ, somebody other than the president can also inaugurate। ਇਹ ਜਿਹੜਾ ਪ੍ਰੈਸੀਡੈਂਟ ਹੈ, ਇਹ ਪ੍ਰੈਸੀਡੈਂਟ ਕਾਂਗਰਸ ਪਾਰਟੀ ਨੇ ਸੈੱਟ ਕੀਤਾ ਹੋਇਆ, ਅਦਰਵਾਈਜ਼ ਇੱਥੇ ਕੋਈ ਐਸਾ ਪ੍ਰੈਸੀਡੈਂਟ ਨਹੀਂ ਹੈ। ਦੂਸਰਾ ਇਹ ਕਹਿ ਰਹੇ ਨੇ ਪ੍ਰੈਸੀਡੈਂਟ ਨੂੰ ਅੰਡਰਮਾਈਨ ਕੀਤਾ। ਮੈਂ ਕਹਿ ਰਿਹਾ ਚਲੋ ਅਸੀਂ ਪ੍ਰੈਸੀਡੈਂਟ ਨੂੰ ਅੰਡਰਮਾਈਨ ਕੀਤਾ, ਤੁਸੀਂ ਤੇ ਹੁਣ ਟੈਂਪਲ ਆਫ ਡੈਮੋਕ੍ਰੇਸੀ ਨੂੰ ਅੰਡਰਮਾਈਨ ਕਰ ਰਹੇ ਹੋ। ਤੇ ਹੂ ਇਜ਼ ਬਿਗਰ, ਦ ਟੈਂਪਲ ਆਫ ਡੈਮੋਕ੍ਰੇਸੀ ਇਜ਼ ਬਿਗਰ ਆਫ ਪ੍ਰੈਸੀਡੈਂਟ। ਤੁਸੀਂ ਘੱਟ ਤੋਂ ਘੱਟ ਉਹਨੂੰ ਅਟੈਂਡ ਤੇ ਕਰ ਲੈਂਦੇ। ਫਿਰ ਇਹਨਾਂ ਨੇ ਕਿਹਾ ਆਈ ਮੀ ਮਾਈਸੈਲਫ, ਅਸੀਂ ਤੇ ਵਿਰਾਟ ਸਾਹਿਬ ਇੱਕ ਕਾਡਰ ਬੇਸਡ ਪਾਰਟੀ ਆ। ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਰਮ ਕਾਰਜਕਰਤਾ ਨੇ ਸਾਡੀ ਪਾਰਟੀ ਦੇ, ਤੇ ਆਪਣੇ ਆਪ ਨੂੰ ਪ੍ਰਧਾਨ ਸੇਵਕ ਬੁਲਾਉਂਦੇ ਨੇ। ਇਹ ਅੰਡਰ ਆਈ ਮੀ ਮਾਈਸੈਲਫ ਦਾ ਜਿਹੜਾ ਕੰਸੈਪਟ ਹੈ ਨਾ, ਇਹ ਸਿਰਫ ਟ੍ਰੈਡੀਸ਼ਨਲ ਫੈਮਿਲੀ ਬੇਸਡ ਪਾਰਟੀਜ਼ ਦੇ ਵਿੱਚ ਹੁੰਦਾ ਹੈ, ਜਿੱਥੇ ਐਵਰੀਬਡੀ ਲੁਕਸ ਅਪ ਟੂ ਸਮਬਡੀ, ਸਮ ਸਿੰਗਲ ਪਰਸਨ। ਇਹ ਸਾਡੀ ਪਾਰਟੀ ਦੇ ਵਿੱਚ ਹੈ ਨਹੀਂ ਹੈ। ਤੇ ਐਨੀਮੋਸਿਟੀ ਦੀ ਗੱਲ ਕੀਤੀ ਟਾਂਡਾ ਸਾਹਿਬ ਨੇ, ਦੇਖੋ ਅਸੀਂ ਬਿਲਕੁਲ ਕੋਈ ਐਨੀਮੋਸਿਟੀ ਨਹੀਂ ਕਰਨੀ ਚਾਹੁੰਦੇ। ਮੈਂ ਤੁਹਾਡੀਆਂ ਡਿਬੇਟ 'ਚ ਕਈ ਵਾਰ ਕਿਹਾ ਆਮ ਆਦਮੀ ਪਾਰਟੀ ਨੂੰ ਕਿ ਅਸੀਂ ਤੇ ਚਾਹੁੰਦੇ ਹਾਂ ਤੁਸੀਂ ਸਟਰੋਂਗ ਬਣੋ, ਸਟਰੋਂਗ ਓਪੋਜੀਸ਼ਨ ਦਿਓ, ਚੰਗੇ ਪੋਲੀਟਿਕਸ ਹੋਣ, ਨੀਟ ਕਲੀਨ ਪੋਲੀਟਿਕਸ ਕਰੀਏ। ਪਰ ਐਸੇ ਮਤਲਬ ਹਰ ਚੀਜ਼ ਦੇ ਵਿੱਚ ਮਾਹੌਲ ਕ੍ਰੀਏਟ ਕਰਦੇ ਨੇ ਜਿਹਦੇ ਨਾਲ ਕਿ ਪੈਟੂਲੈਂਸ ਕਹਿੰਦੇ ਨੇ ਇਹਨੂੰ, ਇਹਦਾ ਇੰਗਲਿਸ਼ ਦੇ ਵਿੱਚ ਅਗਰ ਵਰਡ ਯੂਜ਼ ਹੈ ਪੈਟੂਲੈਂਟ ਬਿਹੇਵੀਅਰ, ਕਿ ਯਾਰ ਇਹਨਾਂ ਨੇ ਕਿੱਦਾਂ ਕਰ ਦਿੱਤਾ। ਇਹ ਜਿਹੜਾ ਕੰਸੈਪਟ ਸੀਗਾ ਪਾਰਲੀਮੈਂਟ, ਨਵੀਂ ਪਾਰਲੀਮੈਂਟ ਦੇ ਸ਼ੁਰੂ ਹੀ ਕੀਤਾ ਸੀਗਾ ਕਿੰਨੇ, ਇਟ ਵਾਸ ਸਟਾਰਟਡ ਬਾਈ ਕਾਂਗਰਸ ਪਾਰਟੀ। ਇਹਨਾਂ ਕੋਲੋਂ ਹੋਇਆ ਨਹੀਂ। ਪਹਿਲੇ ਜਦੋਂ ਇਹਨਾਂ ਨੂੰ ਕਿਹਾ ਸੀਗਾ, ਗੁਲਾਮ ਨਬੀ ਆਜ਼ਾਦ ਨੇ ਕਿਹਾ ਸੀਗਾ ਕਿ ਕਰੋ, ਉਹਨਾਂ ਨੇ ਨਹੀਂ ਕੀਤਾ। ਬਾਅਦ ਦੇ ਵਿੱਚ ਇਹਨਾਂ ਨੇ ਇੱਕ 3000 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਤਾ, ਜੇ ਅਸੀਂ ਉਹਨੂੰ 800 ਕਰੋੜ ਪਲੱਸ ਦੇ ਵਿੱਚ ਖਤਮ ਕਰ ਦਿੱਤਾ। ਤੇ ਚਲੋ ਆਪਾਂ ਪੁਰਾਣੀਆਂ ਗੱਲਾਂ ਨੂੰ ਤਾਂ ਆਪਾਂ ਜ਼ਿਆਦਾ ਪਿੱਛੇ ਕੀ ਕਹਿਣਾ। ਜਿਹੜੀ ਗੱਲ ਮਤਲਬ ਮੈਂ ਇੱਕ ਸੈਕਿੰਡ ਮੈਂ ਅਕਾਲੀ ਦਲ ਨੂੰ ਲੈ ਕੇ ਪੁੱਛਣਾ, ਇੱਕ ਸੈਕਿੰਡ ਬਰਾੜ ਸਾਹਿਬ, ਮੈਂ ਪੁਆਇੰਟ ਤੇ ਆ ਰਿਹਾ। ਜਦੋਂ ਅਸੀਂ ਇਹ ਪ੍ਰੋਜੈਕਟ ਬਣਾਉਣਾ ਸ਼ੁਰੂ ਕਰ ਦਿੱਤਾ, ਜਦੋਂ ਅਸੀਂ ਇਹਦੀ ਸਾਰਾ ਟੈਂਡਰ ਦੇ ਦਿੱਤਾ, ਤੇ ਕਾਂਗਰਸ ਪਾਰਟੀ ਨੂੰ ਇਹ ਲੱਗਿਆ ਯਾਰ ਇਹ ਤੇ ਸਾਡੇ ਵਾਸਤੇ ਪੋਲੀਟੀਕਲੀ ਬਹੁਤ ਵੱਡਾ ਡੈਮੇਜ ਹੋ ਗਿਆ, ਕੀ ਕਰਨਾ ਤੇ ਅਸੀਂ ਸੀ ਕਰ, ਇਹਨਾਂ ਨੇ ਦਿੱਤਾ। ਇਹਨਾਂ ਨੇ 10-12 ਸੁਪਰੀਮ ਕੋਰਟ ਦੇ ਵਿੱਚ PILs ਪਾਈਆਂ ਸੀਗੀਆਂ। ਐਵਰੀ ਸਟੇਜ ਆਫ ਦ ਪ੍ਰੋਜੈਕਟ ਦੇ ਹੈਵ ਟਰਾਈਡ ਟੂ ਡੀਰੇਲ ਇਟ, ਐਵਰੀ ਸਟੇਜ। ਸਾਰੀਆਂ ਜਿਹੜੀਆਂ PIL ਨੇ ਉਹ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ। ਪ੍ਰੋਜੈਕਟ ਚੱਲਦਾ ਗਿਆ, ਹੁਣ ਇਹ ਅਖੀਰ ਤੇ ਪਹੁੰਚਿਆ। ਹੁਣ ਇਹ ਲਾਸਟ ਇਹਨਾਂ ਦਾ ਅਟੈਂਪਟ ਹੈਗਾ, ਉਹ ਵੀ ਇਹਨਾਂ ਦਾ ਨਹੀਂ ਹੈ। ਇਹਨਾਂ ਨੂੰ ਕਿਸੇ ਦੂਸਰੀ ਪਾਰਟੀ ਨੇ ਮੋਟੀਵੇਟ ਕੀਤਾ, ਜੋ ਕਿ ਜਿੱਦਾਂ ਮੈਂ ਤੁਹਾਨੂੰ ਦੱਸ ਦਿੱਤਾ ਹੈ ਉਹ ਆਪਣੇ ਸੈਂਸੇਸ਼ਨਲਿਜ਼ਮ ਕਰਨਾ ਚਾਹੁੰਦੀ ਹੈ। ਇਹਨਾਂ ਨੂੰ ਇਸ ਟ੍ਰੈਪ 'ਚ ਪੈਣਾ ਨਹੀਂ ਸੀ ਚਾਹੀਦਾ। ਇਹਨਾਂ ਨੂੰ ਬੜੀ ਗ੍ਰੇਸਫੁਲੀ, ਤੁਸੀਂ ਨਾ ਹੀ ਲੈ ਦਿਓ ਨਾ, ਬੋਲ ਕੇ ਨਾ ਹੀ ਲੈ ਲਓ ਕਿਹੜੀ ਪਾਰਟੀ ਨੇ ਕੀਤਾ ਹੈ।
ਨਹੀਂ ਉਹ ਤੇ ਖੈਰ ਕਿਸੇ ਨੇ ਕੀਤਾ ਹੀ ਹੋਏਗਾ ਤੇ ਕੁਝ ਪਾਰਟੀਆਂ ਨੇ ਨਵੀਆਂ ਆਈਆਂ ਨੇ ਉੱਤੇ ਜਾਣਾ ਚਾਹੁੰਦੀਆਂ ਨੇ। ਸੈਂਸੇਸ਼ਨਲਿਜ਼ਮ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੋ ਜਾਂਦੀ ਹੈ, ਹੋਰ ਤੇ ਕੋਈ ਹੈ ਨਹੀਂ ਦਿਖਾਣ ਨੂੰ ਸੈਂਸੇਸ਼ਨਲ। ਨਹੀਂ ਜਿਹੜੀ ਗੱਲ ਅਕਾਲੀ ਦਲ, ਚਲੋ ਇਹ ਤੇ ਬਾਈਕਾਟ ਕਰ ਗਏ, ਇਹ ਤੇ ਬਾਈਕਾਟ ਕਰ ਗਏ, ਉਹ ਤੇ ਕਹਿ ਰਹੇ ਅਸੀਂ ਨਹੀਂ ਜਾਣਾ। ਅਕਾਲੀ ਦਲ ਜਿਹੜਾ ਜਾ ਰਿਹਾ ਹੈ ਜਾਂ ਤੁਹਾਡੇ ਨਾਲ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਜਾਵਾਂਗੇ ਉੱਥੇ ਜ਼ਰੂਰ, ਸੋ ਉਸ ਨੂੰ ਅਕਾਲੀ ਦਲ ਤੇ ਬੀਜੇਪੀ ਦੇ ਗੱਠਜੋੜ ਦੀ ਨਵੀਂ ਇਬਾਰਤ ਦੇ ਤੌਰ ਤੇ ਦੇਖਿਆ ਜਾ ਰਿਹਾ, ਜੋ ਗੱਲ ਆਹਲੂਵਾਲੀਆ ਸਾਹਿਬ ਕਰ ਰਹੇ ਸੀ, ਉਸ ਨੂੰ ਲੈ ਕੇ ਤੁਹਾਡਾ ਕੀ? ਅਕਾਲੀ ਉਹ ਬਰਾੜ ਸਾਹਿਬ ਅਕਾਲੀ ਦਲ ਨੇ ਵੀ ਕਲੀਅਰ ਕਰ ਦਿੱਤਾ, ਅਸੀਂ ਵੀ ਕਲੀਅਰ ਕਰ ਦਿੱਤਾ ਹੈ, ਅਸੀਂ ਆਪਣੇ ਆਪਣੇ ਲੈਵਲ ਦੇ ਉੱਤੇ ਰਵਾਂਗੇ, ਆਪਣੇ ਆਪਣੇ ਲੈਵਲ ਦੇ ਉੱਤੇ। ਮੈਂ ਜਿੱਦਾਂ ਆਮ ਆਦਮੀ ਪਾਰਟੀ ਨੂੰ ਕਹਿਣਾ ਉੱਦਾਂ ਮੈਂ ਸ਼ੁਭਕਾਮਨਾਵਾਂ ਅਕਾਲੀ ਦਲ ਨੂੰ ਵੀ ਦੇਣਾ ਕਿ ਅੱਛੇ ਬਣੋ, ਅੱਗੇ ਵਧੋ, ਪਰ ਨੀਟ ਐਂਡ ਕਲੀਨ ਪੋਲਿਟਿਕਸ ਅਸੀਂ ਕਰੀਏ। ਤੇ ਸਿਰਫ ਅਕਾਲੀ ਦਲ ਸਾਡੇ ਨਾਲ ਨਹੀਂ ਖੜਾ, 25 ਪਾਰਟੀਆਂ ਹੋਰ ਵੀ ਖੜੀਆਂ ਨੇ। ਇਹ ਜਿਹੜੀਆਂ ਨਹੀਂ ਖੜੀਆਂ ਨੇ ਮਾਈਨੋਰਿਟੀ ਦੇ ਵਿੱਚ ਹੈਗੀਆਂ ਨੇ, ਤੇ ਅਗਰ ਇਹਨਾਂ ਦੇ ਟੋਟਲ ਤੁਸੀਂ ਐਮਪੀਜ਼ ਗਿਣ ਲਓ ਤੇ 100 ਕੋਲ ਉੱਤੇ ਵੀ ਨਹੀਂ ਹੁੰਦੇ, ਇਟ ਇਜ਼ ਲੈਸ ਦੈਨ 100। ਸੋ ਐਕਚੁਅਲੀ ਇਟ ਡਜ਼ ਨਾਟ ਮੇਕ ਐਨੀ ਡਿਫਰੈਂਸ। The point is conceptually, morally, righteously, nationalism ਦੇ ਹਿਸਾਬ ਦੇ ਨਾਲ ਇਹ ਜਿਹੜੀ ਡਿਸੀਜਨ ਹੈ ਇਹਨਾਂ 19 ਪਾਰਟੀਜ਼ ਦੀ, ਮੈਂ ਤੇ ਹੁਣ ਵੀ ਕਹਿਣਾ ਇਹਨਾਂ ਨੂੰ ਰੀਕਨਸੀਡਰ ਕਰਨੀ ਚਾਹੀਦੀ ਹੈ। ਚਲੋ ਗਿਣਤੀ ਦੇ ਪੱਖ ਤੋਂ ਵੀ ਦੇਖ ਰਹੇ ਜੀ ਖੜਿਆਲ ਸਾਹਿਬ। ਮੈਂ ਦੱਸਦਾ ਜੈਬਨ ਸਾਹਿਬ ਨੂੰ ਕਿ 1 ਨਹੀਂ 2 ਨਹੀਂ 19 ਨਹੀਂ 20 ਪੋਲੀਟੀਕਲ ਪਾਰਟੀਜ਼ ਹੈ ਇਕੱਠੀਆਂ ਜਿਨ੍ਹਾਂ ਨੇ ਫੈਸਲਾ ਲਿਆ ਕਿ ਇਨੋਗਰੇਸ਼ਨ ਤੇ ਨਹੀਂ ਜਾਣਾ, ਤੇ ਉਹਦੇ ਪਿੱਛੇ ਸਾਡਾ ਤਾਂ ਕੋਈ ਇੰਟਰਸਟ ਹੈ ਨਹੀਂ, ਸਾਨੂੰ ਤਾਂ ਕੋਈ ਫਾਇਦਾ ਹੋਣਾ ਨਹੀਂ। ਗੱਲ ਤਾਂ ਰਾਸ਼ਟਰਪਤੀ ਸਾਹਿਬ ਦੇ ਆਫਿਸ ਦੀ ਹੈ ਗੁੰਮਰਾਹ ਕਰਨ ਨੂੰ ਜੀ। ਨੈਸ਼ਨਲ ਪਾਰਟੀ ਅਸੀਂ ਹੈ, 70 ਸਾਲ ਪੁਰਾਣੀ ਪਾਰਟੀ ਅਸੀਂ ਹੈ, 50 ਤੋਂ ਜ਼ਿਆਦਾ ਐਮਪੀ ਸਾਡੇ ਲੋਕ ਸਭਾ ਦੇ ਵਿੱਚ, ਇੱਕ ਐਮਪੀ ਵਾਲੀ ਪਾਰਟੀ ਕਿੱਥੋਂ ਗੁੰਮਰਾਹ ਕਰ ਲੂਗੀ ਜੀ ਸਾਨੂੰ? ਇਹ ਤਾਂ ਸਾਡਾ ਸਾਥ ਮੰਗਦੇ ਫਿਰਦੇ, ਦਿੱਲੀ ਆਰਡੀਨੈਂਸ ਤੇ ਸਾਥ ਦਿਓ ਜੀ, ਸਾਥ ਦਿਓ ਜੀ, ਕਿਉਂਕਿ ਪਤਾ ਵੀ ਜੇ ਬਿੱਲ ਆ ਗਿਆ ਰਾਜ ਸਭਾ ਦੇ ਵਿੱਚ ਕਾਂਗਰਸ ਪਾਰਟੀ ਸਮਰਥਨ ਦਊਗੀ ਤਾਂ ਬਚਾਂਗੇ ਤੇ ਨਹੀਂ ਤਾਂ ਨਾ ਬਚਾਂਗੇ। ਸੋ ਦੇਅਰਫੋਰ ਗੁੰਮਰਾਹ ਕਰਨ ਦੀ ਤਾਂ ਤੁਸੀਂ ਪੋਸਿਬਿਲਿਟੀ ਆਊਟ ਕਰ ਦਿਓ, ਠੀਕ ਹੈ ਜੀ। ਇਹ ਲੌਜਿਕ ਬੜਾ ਫਲॉड ਹੈ। ਦੂਜੀ ਗੱਲ ਇਹ ਹੈ ਬਰਾੜ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਸ ਨੂੰ, ਕਿਉਂਕਿ ਹਰਦੀਪ ਪੁਰੀ ਸਾਹਿਬ ਨੇ ਤਾਂ ਬੜਾ ਕਲੀਅਰਲੀ ਜੈਬਨ ਸਾਹਿਬ ਕਹਿਤਾ ਕਿ ਅਸੀਂ ਅਲਾਈਅੰਸ ਕਰਦੇ ਨਹੀਂ, ਤੇ ਉਹ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਕਿ ਪਹਿਲਾਂ ਬੀਜੇਪੀ ਸੀ, ਅਸੀਂ BS ਕਰਤਾ ਜੇ ਦਾ, ਹੁਣ ਅਸੀਂ ਫੇਰ ਐਸ ਹਟਾ ਕੇ ਤੇ ਜੇ ਕਰ ਦਈਏ। ਲੇਕਿਨ ਮੈਂ ਦੱਸਦਾ ਕਿ ਨਾ ਤਾਂ ਇੱਕ ਨਾਨ ਐਗਜ਼ਿਸਟੈਂਟ ਪਾਰਟੀ ਦੇ ਇਨੋਗਰੇਸ਼ਨ ਤੇ ਜਾਣ ਨਾਲ ਕੁਝ ਹੋਊਗਾ, ਨਾ ਕੋਈ ਫਰਕ ਪਊਗਾ, ਤੇ ਪੰਜਾਬ ਦੇ ਵਿੱਚ ਵੀ ਚਾਹੇ ਬੀਜੇਪੀ ਦੇ ਨਾਲ ਹੋ ਜਾਣ ਚਾਹੇ ਅੱਡ ਹੋ ਜਾਣ, 3+3 ਫਿਰ ਵੀ 6 ਹੀ ਰਹਿਣਗੀਆਂ। ਅਗਲੀ ਗੱਲ ਬਰਾੜ ਸਾਹਿਬ ਇਹ ਹੈ ਕਿ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੇਰਾ ਇੱਕ ਜ਼ਰੂਰੀ ਸਵਾਲ, ਹੋਰ ਸਾਰੀ ਪੋਲਿਟਿਕਸ ਪਰੇ ਰੱਖ ਦੋ, ਇੰਨੀ ਗੱਲ ਦਾ ਜਵਾਬ ਦੇ ਦੇਣ ਢਾਂਡਾ ਸਾਹਿਬ ਕਿ ਕੀ ਸ਼੍ਰੋਮਣੀ ਅਕਾਲੀ ਦਲ ਇਜ਼ ਓਕੇ ਵਿਦ ਦ ਫੈਕਟ ਕਿ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਇਨੋਗਰੇਸ਼ਨ ਨਹੀਂ ਕਰਨ ਦਿੱਤੀ ਜਾ ਰਹੀ, ਤੇ ਫਾਊਂਡੇਸ਼ਨ ਸਟੋਨ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਲੇ ਡਾਊਨ ਕੀਤਾ, ਤੇ ਇਨੋਗਰੇਸ਼ਨ ਵੀ ਪ੍ਰਧਾਨ ਮੰਤਰੀ ਸਾਹਿਬ ਕਰਨਗੇ। ਐਟਲੀਸਟ ਇੱਕ ਤਾਂ ਦੇਸ਼ ਦੇ ਰਾਸ਼ਟਰਪਤੀ ਸਾਹਿਬ ਕਰ ਸਕਦੇ ਸੀਗੇ, ਤੇ ਜੇ ਇੱਕ ਨਹੀਂ ਤਾਂ ਨਾਲ ਖੜੇ ਕਰਕੇ ਤੁਸੀਂ ਕਰਾ ਸਕਦੇ ਸੀਗੇ। ਤੁਹਾਨੂੰ ਪ੍ਰੋਬਲਮ ਕਿਉਂ ਹੈ ਨਹੀਂ, ਉਹਦਾ ਜਵਾਬ ਕੋਈ ਨਹੀਂ ਆਇਆ। ਅਗਲੀ ਗੱਲ ਬਰਾੜ ਸਾਹਿਬ ਇਹ 2 ਪੁਆਇੰਟ ਹੋਰ ਨਹੀਂ, ਆਪਾਂ ਦੁਬਾਰੇ ਤੁਹਾਡੇ ਕੋਲੇ ਆ ਜਾਊਗਾ, ਆਪਾਂ ਢਾਂਡਾ ਸਾਹਿਬ ਤੋਂ ਜਵਾਬ ਲੈ ਲਈਏ, ਫਿਰ ਰਲ ਜਾਂਦਾ ਵਿੱਚ ਮਿਕਸ ਹੋ ਜਾਂਦਾ। ਮੈਂ ਕੰਕਲੂਡ ਕਰ ਰਿਹਾ, ਮੈਂ ਦੁਬਾਰੇ ਆ ਰਿਹਾ। ਪੈਸਾ ਲਾ ਕੇ ਆਪਣੀ ਜੇਬ ਚੋਂ ਤਾਂ ਪਾਰਲੀਮੈਂਟ ਦੀ ਬਿਲਡਿੰਗ ਬਣਾ ਨਹੀਂ ਰਹੇ, ਇਹ ਦੇਸ਼ ਦੇ ਲੋਕਾਂ ਦਾ ਪੈਸਾ, ਟੈਕਸ ਪੇਅਰ ਦਾ ਪੈਸਾ ਹੈ, ਤੇ ਇਹ ਜੇ ਦੇਸ਼ ਦੇ ਰਾਸ਼ਟਰਪਤੀ ਸਾਹਿਬ ਤੋਂ ਇਨੋਗਰੇਸ਼ਨ ਕਰਾਉਂਦੇ ਤਾਂ ਕਮਿਟਮੈਂਟ ਦਿਖਦੀ ਟੂਵਰਡਸ ਡੈਮੋਕ੍ਰੇਸੀ, ਹੁਣ ਕਮਿਟਮੈਂਟ ਦਿਖ ਰਹੀ ਹੈ ਟੂਵਰਡਸ ਦੈਮਸੈਲਵਸ ਭਾਰਤੀ ਜਨਤਾ ਪਾਰਟੀ ਲਈ। ਢਾਂਡਾ ਸਾਹਿਬ ਜਵਾਬ ਦੇ ਦਿਓ ਜੀ, ਜਿਹੜੀ ਗੱਲ ਅਕਾਲੀ ਦਲ ਵਾਲੀ ਇਹ ਕਰ ਰਹੇ ਹੈ। ਇਹਨਾਂ ਦਾ ਤਾਂ ਹਾਲ ਉਹ ਹੈ ਜਿਹੜਾ ਪ੍ਰੈਮ ਚ ਜਵਾਕ ਮਾਂ ਨਾਲ ਰੁੱਸ ਕੇ ਨਾ ਭਗਾ ਮਾਰਦਾ ਖਟਾਉਣੇ, ਉਹ ਕੰਮ ਕਰਨ ਲੱਗੇ ਪਏ। ਜਦ ਅਸੀਂ ਡਾਕਟਰ ਮਨਮੋਹਨ ਸਿੰਘ ਦਾ ਸਾਥ ਦਿੱਤਾ ਸੀ ਉਦੋਂ ਅਸੀਂ ਕਾਂਗਰਸ ਨਾਲ ਰਲ ਗਏ ਸੀ। ਪਤਾ ਨਹੀਂ, ਮੈਂ ਸਮਝ ਨਹੀਂ ਆਉਂਦੀ ਕੀ ਗੱਲ ਕਹਿਣਾ ਚਾਹੁੰਦੇ ਹੈ। ਅਸੀਂ ਦੇਸ਼ ਦੇ ਨਾਲ ਹੈ, ਅਸੀਂ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਹੈ, ਅਸੀਂ ਦੇਸ਼ ਦੀ ਇੰਸਟੀਟਿਊਸ਼ਨ ਪਾਰਲੀਮੈਂਟ ਦੇ ਨਾਲ ਹੈ, ਅਸੀਂ ਦੇਸ਼ ਦੇ ਰੀਤੀ ਰਿਵਾਜ ਤੇ ਕਲਚਰ ਦੇ ਨਾਲ ਹੈ, ਅਸੀਂ ਮੋਦੀ ਸਾਹਿਬ ਜਾਂ ਬੀਜੇਪੀ ਨਾਲ ਨਹੀਂ ਹੈ। ਇਹ ਮੈਂ ਬੜਾ ਕਲੈਰਿਟੀ ਨਾਲ ਦੱਸ ਦਵਾਂ। ਤੁਸੀਂ ਕਹਿੰਦੇ ਹੋ ਦੇਸ਼ ਦਾ ਪੈਸਾ ਲੱਗਿਆ, ਮਾਫ ਕਰਨਾ ਜਿੰਨੀ ਦੇਰ ਕਾਂਗਰਸ ਨੇ ਰਾਜ ਕੀਤਾ ਹੈ ਤੇ ਜਿਹੜੇ 2.5 ਦਿਨ ਇਹ ਰਾਜ ਕਰ ਰਹੇ ਹੈ ਆਮ ਆਦਮੀ ਪਾਰਟੀ ਵਾਲੇ, ਤੁਸੀਂ ਆਪਣੇ ਬਜ਼ੁਰਗਾਂ ਦੀ ਜ਼ਗੀਰ ਲਿਆ ਕੇ ਲਾਈਏ। ਤੁਸੀਂ ਜਿਹੜਾ ਵੰਡਣ ਲੱਗੇ ਹੋਏ ਹੋ ਨੋਟਾਂ ਨੂੰ ਸਿਰਫ ਵੋਟਾਂ ਪਿੱਛੇ, ਉਹ ਤੁਸੀਂ ਕਮਾ ਕੇ ਲਿਆਏ ਹੋ, ਉਹ ਲੋਕਾਂ ਦਾ ਪੈਸਾ ਨਹੀਂ, ਉਹ ਮੇਰਾ ਪੈਸਾ ਟੈਕਸ ਪੇਅਰ ਦਾ ਨਹੀਂ। ਕਿਸ ਕਿਸਮ ਦੀ ਤੁਸੀਂ ਨੈਰੇਟਿਵ ਲੈ ਕੇ ਜਾਂਦੇ ਹੋ ਕਿ ਤੁਸੀਂ ਰਾਸ਼ਟਰਪਤੀ ਨਾਲ ਹੋ ਕੇ ਨਹੀਂ? ਤੁਸੀਂ ਦੱਸੋ, ਤੁਸੀਂ ਪਹਿਲੇ ਰਾਸ਼ਟਰਪਤੀ ਦੇ ਨਾਲ ਸੀ, ਤੁਸੀਂ ਕਿਹੜਾ ਉਦਘਾਟਨ ਕਰਾਇਆ ਰਾਸ਼ਟਰਪਤੀ ਤੋਂ? ਇੱਕ ਦੱਸੋ, ਇੱਕ ਜਵਾਬ ਦੱਸੋ ਤੁਸੀਂ।
ਕਿਹੜਾ ਇਸ ਕਿਸਮ ਦੇ ਪ੍ਰੋਜੈਕਟ ਦਾ ਤੁਸੀਂ ਚਲੋ ਜਵਾਬ ਠੀਕ ਹੈ, ਜਵਾਬ ਲੈ ਹੀ ਲਈਏ। ਮੇਰਾ ਜਵਾਬ ਲੈ ਲਓ, ਕਲੀਅਰ ਹੋ ਜਾਏ ਲੋਕਾਂ ਨੂੰ, ਜ਼ਰਾ ਬਰੀਫ ਰਵੇ, ਜ਼ਿਆਦਾ ਸਹੀ ਰਹਿੰਦਾ ਹੈ। ਪਹਿਲੀ ਗੱਲ ਤਾਂ ਬਰਾੜ ਸਾਹਿਬ, ਹੁਣ ਜਵਾਬ ਦੇਣਾ ਟਾਂਡਾ ਸਾਹਿਬ ਨੂੰ ਮੈਂ, 1970 ਚੱਕਣ ਇਹ ਜਿਹੜਾ ਪਹਿਲੀ ਦਫਾ ਕੰਸਟਰਕਸ਼ਨ ਹੋਈ ਸੀਗੀ ਪਾਰਲੀਮੈਂਟ ਬਿਲਡਿੰਗ ਦੀ, ਹੁਣ ਸੁਣ ਲੈਣ ਟਾਂਡਾ ਸਾਹਿਬ, ਪਹਿਲੀ ਗੱਲ ਤਾਂ ਇਹਨਾਂ ਨੇ ਪੁੱਛਿਆ ਕਿ ਕਦੋਂ ਰਾਸ਼ਟਰਪਤੀ ਸਾਹਿਬ ਨੇ ਉਦਘਾਟਨ ਕੀਤਾ। ਜਵਾਬ ਲੈ ਲਓ, ਹੁਣ ਜਵਾਬ ਲੈ ਲਓ ਟਾਂਡਾ ਸਾਹਿਬ, ਤੁਹਾਡੀ ਗੱਲ ਦਾ ਜਵਾਬ ਦੇਣਾ ਸਵਾਲ ਕੀਤਾ। ਪਹਿਲੀ ਗੱਲ ਤਾਂ ਜਦੋਂ 1970 ਦੇ ਵਿੱਚ ਕੰਸਟਰਕਸ਼ਨ ਹੋਈ, ਉਦੋਂ ਦੈਨ ਪ੍ਰੈਜ਼ੀਡੈਂਟ ਵੀਵੀ ਗਿਰੀ ਸਾਹਿਬ ਨੇ ਉਦਘਾਟਨ ਕੀਤਾ ਸੀਗਾ। ਇਹ ਗੱਲ ਔਨ ਫੈਕਟ ਔਨ ਰਿਕਾਰਡ ਹੈ, ਸੋ ਯੂ ਸ਼ੁਡ ਗੈਟ ਯੋਰ ਫੈਕਟ ਸਟ੍ਰੇਟ। ਰੋਂਦਾ ਹੋਇਆ ਬੱਚਾ ਕਿਵੇਂ ਖਿਡੌਣੇ ਜਦੋਂ ਨਹੀਂ ਮਿਲਦੇ ਤੇ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਵੱਡਿਆਂ ਨੂੰ, ਉਹ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਹੋਇਆ ਹੈ। ਤੇ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਕਿ ਜਦੋਂ ਆਪਣਾ ਅਸੀਂ ਬੀਜੇਪੀ ਤੋਂ ਜੀ ਸਪੋਰਟ ਨਹੀਂ ਚਾਹੁੰਦੇ, ਅਸੀਂ ਬੀਜੇਪੀ ਨਾਲ ਅਲਾਇੰਸ ਨਹੀਂ ਚਾਹੁੰਦੇ, ਫਿਰ ਕਿਉਂ ਕੀਤੀ ਸੀ ਜੀ ਅਲਾਇੰਸ? ਕਿਉਂ ਇੰਨਾ ਟਾਈਮ ਇਕੱਠੇ ਰਹੇ ਹੋ ਜੀ? ਤੇ ਉਹ ਤੋਂ ਬਾਅਦ ਵੀ ਤੁਸੀਂ ਸਟੈਂਡ ਕਿਵੇਂ ਪਲਟਦੇ ਹੋ, ਇਹ ਸਭ ਨੇ ਦੇਖਿਆ। ਕ੍ਰਿਸ਼ੀ ਕਾਨੂੰਨ ਦੇ ਹੱਕ 'ਚ ਵੀਡੀਓ ਬਣਾਤੀ ਟਾਂਡਾ ਸਾਹਿਬ ਪਹਿਲਾਂ, ਬਾਅਦ 'ਚ ਕਹਿੰਦੇ ਵੀ ਅਸੀਂ ਸਟੈਂਡ ਹੀ ਦੂਜਾ ਲੈਣਾ ਹੈ। ਸੋ ਤੀਜੀ ਗੱਲ ਇਹ ਹੈ, ਤੀਜੀ ਗੱਲ ਇਹ ਹੈ, ਸ਼੍ਰੋਮਣੀ ਅਕਾਲੀ ਦਲ ਤੋਂ ਜਵਾਬ ਨਹੀਂ ਦਿੱਤਾ ਗਿਆ ਵੀ ਕੀ ਤੁਸੀਂ ਓਕੇ ਹੋ ਵਿਦ ਦਾ ਫੈਕਟ ਕਿ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਨਹੀਂ ਇਨੌਗਰੇਸ਼ਨ ਕਰਨ ਦਿੱਤੀ ਜਾ ਰਹੀ? ਇਹਦਾ ਜਵਾਬ ਤਾਂ ਤੁਹਾਡੇ ਕੋਲ ਹੈ ਨਹੀਂ, ਤਾਂ ਕਰਕੇ ਤੇ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਟਾਂਡਾ ਸਾਹਿਬ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ ਕਿਹਾ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਹੈ, ਕਿ ਰਾਸ਼ਟਰਪਤੀ ਸਾਹਿਬ ਨਾਲ ਨਹੀਂ ਹੋ, ਕਿ ਰਾਸ਼ਟਰਪਤੀ ਸਾਹਿਬ ਦਾ ਆਫਿਸ ਨਹੀਂ ਐਗਜ਼ਿਸਟ ਕਰਦਾ? ਤੁਹਾਨੂੰ ਪਤਾ ਜਿਹੜੇ ਬਿੱਲ ਜਾਂਦੇ ਹੈ ਬਗੈਰ ਰਾਸ਼ਟਰਪਤੀ ਸਾਹਿਬ ਦੇ ਸਾਈਨ ਤੋਂ, ਅਸੈਂਟ ਤੋਂ, ਬਿੱਲ ਨਹੀਂ ਪਾਸ ਹੋ ਸਕਦਾ, ਕਾਨੂੰਨ ਨਹੀਂ ਬਣ ਸਕਦਾ। ਸੋ ਸ਼੍ਰੋਮਣੀ ਅਸਲ ਦੇ ਵਿੱਚ ਇੱਕ ਸੈਕਿੰਡ, ਅਸਲ ਦੇ ਵਿੱਚ ਉਹ ਸਵਾਲ ਇਹ ਚੱਕ ਰਹੇ ਆ, ਜਿਹੜੀ ਗੱਲ ਟਾਂਡਾ ਸਾਹਿਬ ਕਹਿ ਰਹੇ ਆ, ਕਈ ਬੀਜੇਪੀ ਦੇ ਨੇਤਾਵਾਂ ਨੇ ਅੱਜ ਇਹ ਬੋਲਿਆ, ਆਪਣੇ ਰਿਐਕਸ਼ਨਸ ਜੋ ਦਿੱਤੇ ਕਿ ਕਾਂਗਰਸ ਨੇ ਜਾਂ ਦੂਜੀਆਂ ਪਾਰਟੀਆਂ ਨੇ, ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਹੋਇਆ ਕਿ ਜਦੋਂ ਰਾਸ਼ਟਰਪਤੀ ਬਣੇ ਸੀ ਉਦੋਂ ਉਹਨਾਂ ਦੀ ਵਿਰੋਧਤਾ ਕੀਤੀ ਸੀ, ਅੱਜ ਉਹ ਕਿਵੇਂ ਰਾਸ਼ਟਰਪਤੀ ਤੋਂ ਇਹ ਡਿਮਾਂਡ ਕਰ ਰਹੇ ਆ? ਗੱਲ ਇਸ ਤਰ੍ਹਾਂ ਹੈ, ਇਹ ਅੰਡਰਮਾਈਨਿੰਗ ਕਨਸਟੀਟਿਊਸ਼ਨ ਦੀ ਹੋ ਰਹੀ ਹੈ। ਕਿਉਂ? ਕਿਉਂਕਿ ਹੈਡ ਆਫ ਦਾ ਸਟੇਟ ਕੌਣ? ਪ੍ਰੈਜ਼ੀਡੈਂਟ ਸਾਹਿਬ। ਫਰਸਟ ਸਿਟੀਜ਼ਨ ਆਫ ਇੰਡੀਆ ਕੌਣ? ਪ੍ਰੈਜ਼ੀਡੈਂਟ ਸਾਹਿਬ। ਸਭ ਦੇ ਰਿਪਰੈਜ਼ੈਂਟੇਟਿਵ ਕੌਣ? ਪ੍ਰੈਜ਼ੀਡੈਂਟ ਸਾਹਿਬ। ਬਿੱਲ ਕਿਹਦੇ ਬਗੈਰ ਪਾਰਲੀਮੈਂਟ 'ਚ ਪਾਸ ਨਹੀਂ ਹੋ ਸਕਦਾ? ਪ੍ਰੈਜ਼ੀਡੈਂਟ ਸਾਹਿਬ। ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਵੀ ਬਲੀਵ ਇਨ ਦੀ ਆਫਿਸ ਆਫ ਦਾ ਪ੍ਰਾਈਮ ਮਿਨਿਸਟਰ, ਵਾਈ ਡੂ ਯੂ ਨਾਟ ਬਲੀਵ ਇਨ ਦੀ ਆਫਿਸ ਆਫ ਦਾ ਪ੍ਰੈਜ਼ੀਡੈਂਟ? ਵਾਈ ਡੂ ਯੂ ਨਾਟ ਬਲੀਵ ਇਨ ਦੀ ਕਨਸਟੀਟਿਊਸ਼ਨ ਆਫ ਇੰਡੀਆ? ਟਾਂਡਾ ਸਾਹਿਬ ਕੋਲੇ ਜਵਾਬ ਕੋਈ ਨਹੀਂ ਤੇ ਤਾਂ ਕਰਕੇ ਕਹਿ ਰਹੇ ਕਿ ਅਸੀਂ ਜੀ ਕੁਝ ਚਾਹੁੰਦੇ ਨਹੀਂ, ਇੰਪ੍ਰੈਸ ਕਰਨਾ ਚਾਹੁੰਦੇ ਹੋ ਜੀ ਬੀਜੇਪੀ ਨੂੰ, ਇਹ ਸਭ ਨੂੰ ਦਿਖ ਰਿਹਾ ਹੈ। ਲੇਕਿਨ ਉਹਦੇ ਬਾਵਜੂਦ ਜੇ ਹੋ ਵੀ ਜਾਣ ਨਾਲ ਤੁਹਾਡੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਜੇ ਨਾ ਹੋਣ ਤੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਟਸ ਵਨ ਆਫ ਦ ਸੇਮ ਥਿੰਗ। ਤੁਸੀਂ ਪੰਜਾਬ 'ਚ ਨਹੀਂ ਆ ਰਹੇ, ਯੂਐਫਓ ਭਾਵੇਂ ਆ ਜਾਣ, ਏਲੀਅਨ ਆ ਜਾਣ, ਡਾਇਨਾਸੌਰ ਆ ਜਾਣ, ਸ਼੍ਰੋਮਣੀ ਅਕਾਲੀ ਦਲ ਨਹੀਂ ਹੁਣ ਆ ਰਿਹਾ। ਤੇ ਮੇਰਾ ਤਾਂ ਭਾਰਤੀ ਜਨਤਾ ਪਾਰਟੀ ਨੂੰ ਇੰਨਾ ਕਹਿਣਾ ਹੈ ਕਿ ਦੇਖੋ ਸਿੰਪਲ ਜੀ ਗੱਲ ਹੈ, ਤੁਸੀਂ ਇਹਨਾਂ ਨੇ ਤਰਕ ਦਿੱਤਾ, ਇਹ ਤੇ ਜਵਾਬ ਲਓ ਇਹਨਾਂ ਤੋਂ। ਤੁਸੀਂ ਕਿਹਾ ਵੀ ਪ੍ਰੈਜ਼ੀਡੈਂਟ ਮੈਂਬਰ ਨਹੀਂ, ਪ੍ਰੈਜ਼ੀਡੈਂਟ ਸਾਹਿਬ ਤਾਂ ਮੈਂਬਰ ਨੇ ਲੋਕ ਸਭਾ, ਰਾਜ ਸਭਾ ਪਲੱਸ ਪ੍ਰੈਜ਼ੀਡੈਂਟ ਇਜ਼ ਵਾਟ constitutes parliament। ਪਾਰਲੀਮੈਂਟ ਦੀ ਡੈਫੀਨੇਸ਼ਨ ਇਹ ਹੈ। ਸੋ ਕਿਵੇਂ ਕਹਿ ਸਕਦੇ ਹੋ? ਤੇ ਮੋਦੀ ਸਾਹਿਬ ਕੀ ਮੈਂਬਰ ਸੀਗੇ ਨੈਸ਼ਨਲ ਵਾਰ ਮੈਮੋਰੀਅਲ ਦੇ, ਐਕਸਪ੍ਰੈਸਵੇਜ਼ ਦੇ, ਸਟੇਡੀਅਮਸ ਦੇ, ਹਸਪੀਟਲਸ ਦੇ ਜਿਹੜੇ ਇਨੋਗਰੇਟ ਕੀਤੇ ਉਹਨਾਂ ਨੇ? ਜੈਬੰਸ ਜੀ। ਹਾਂਜੀ ਦੇਖੋ, ਜਵਾਬ ਥੋੜਾ ਬਰੀਫ ਰੱਖਿਓ, ਆਪਣੇ ਕੋਲੇ ਸਭਾ ਘੱਟ ਹੈ, ਮੈਂ ਫਟਾਫਟ ਗੱਲ ਕਰਨੀ ਚਾਹੁੰਦਾ। ਹਾਂ, ਮੈਨੂੰ ਨਹੀਂ ਸਮਝ ਆਉਂਦੀ ਇਹਨਾਂ ਦੀ ਡਿਬੇਟ, ਇਹਨਾਂ ਦਾ ਇਸ਼ੂ ਕੀ ਹੈ, ਕੀ ਕਰ ਰਹੇ ਨੇ। ਪਹਿਲੀ ਗੱਲ ਤੇ ਮੈਂ ਇਹ ਕਹਿਣੀ ਚਾਹੁੰਦਾ ਕਿ ਜਿਹੜਾ ਇਨਵੀਟੇਸ਼ਨ ਹੈ ਇਹ ਕੋਈ ਬੀਜੇਪੀ ਪਾਰਟੀ ਦੇ ਵੱਲੋਂ ਨਹੀਂ ਗਿਆ ਤੇ ਨਾ ਹੀ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਗਿਆ। ਇਹ ਸੈਕਟਰੀਏਟ ਆਫ ਦਾ ਪਾਰਲੀਮੈਂਟ ਦੇ ਵੱਲੋਂ ਇਨਵਾਈਟ ਗਿਆ ਤੇ ਸੈਕਟਰੀਏਟ ਆਫ ਦਾ ਪਾਰਲੀਮੈਂਟ ਦੇ ਵਿੱਚ ਹੁਣ ਕਿਹੜੇ ਤਰੀਕੇ ਦੇ ਨਾਲ ਉਹ ਉਸ ਡਿਸੀਜਨ ਦੇ ਉੱਤੇ ਪਹੁੰਚੇ ਨੇ, ਤੁਹਾਨੂੰ ਮੈਨੂੰ ਸਾਰਿਆਂ ਨੂੰ ਕੀ ਪਤਾ ਹੈ ਕਿ ਉਹਨਾਂ ਨੇ ਪ੍ਰੈਜ਼ੀਡੈਂਟ ਦੇ ਨਾਲ ਗੱਲ ਕੀਤੀ ਕਿ ਨਹੀਂ ਕੀਤੀ? ਇਹ ਵੀ ਤੇ ਹੋ ਸਕਦਾ ਹੈ ਕਿ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਪੁੱਛਿਆ ਹੋਵੇ, ਪ੍ਰੈਜ਼ੀਡੈਂਟ ਨੇ ਕਹਿਤਾ ਹੋਵੇ ਕਿ ਚਲੋ ਤੁਸੀਂ ਪ੍ਰਾਈਮ ਮਿਨਿਸਟਰ ਕੋਲੋਂ ਕਰਾ ਲਓ, ਸਾਨੂੰ ਤੇ ਪਤਾ ਨਹੀਂ ਨਾ। ਇਹ ਸਾਰੇ ਖੜੇ ਨੇ ਪ੍ਰੈਜ਼ੀਡੈਂਟ ਦੇ ਨਾਲ, ਪ੍ਰੈਜ਼ੀਡੈਂਟ ਨੇ ਇਹਨਾਂ ਦੀ ਸਪੋਰਟ ਮੰਗੀ ਹੈ। ਤੁਸੀਂ ਵਿਦਆਊਟ ਦਾ ਪ੍ਰੈਜ਼ੀਡੈਂਟ ਆਸਕਿੰਗ ਫॉर ਐਨੀ ਸਪੋਰਟ ਤੁਸੀਂ ਐਵੇਂ ਸ਼ੋਰ ਮਚਾਈ ਜਾ ਰਹੇ ਹੋ ਇੱਥੇ ਆ ਕੇ ਕਿ ਕੀ ਹੈ ਕੀ ਨਹੀਂ ਹੈ। ਇੰਟਰਨਲੀ ਜਿਹੜਾ ਸੈਕਟਰੀਏਟ ਦੇ ਵਿੱਚ ਓਮ ਬਿਰਲਾ ਸਾਹਿਬ ਇਜ਼ ਆਲਸੋ ਬਿਯੋਂਡ ਪੋਲਿਟਿਕਸ ਬਿਕੋਜ਼ ਹੀ ਇਜ਼ ਦਾ ਸਪੀਕਰ। ਸੋ ਜਿਹੜੇ ਨਾਨ ਪੋਲੀਟੀਕਲ ਹੈਗੇ ਨੇ ਪੂਰੇ ਸੈਕਟਰੀਏਟ ਆਫ ਦਾ ਪਾਰਲੀਮੈਂਟ, ਪ੍ਰੈਜ਼ੀਡੈਂਟ ਓਮ ਬਿਰਲਾ, ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਸੋਚਿਆ, ਇਹਨਾਂ ਤੇ ਇਨਵਾਈਟ ਦਿੱਤਾ ਹੈ ਇੱਕ ਪ੍ਰਾਈਮ ਮਿਨਿਸਟਰ ਨੂੰ, ਪ੍ਰਾਈਮ ਮਿਨਿਸਟਰ ਨੇ ਇਨਵਾਈਟ ਐਕਸੈਪਟ ਕਰ ਲਿਆ ਤੇ ਪ੍ਰੈਜ਼ੀਡੈਂਟ ਨੇ ਕੁਝ ਕਿਹਾ ਨਹੀਂ ਉਹਦੇ ਬਾਰੇ। ਹੁਣ ਇਹਨਾਂ ਦਾ ਜਿਹੜਾ ਪੇਡ ਮੀਡੀਆ ਹੈਗਾ ਉਹ ਲਿਖੀ ਜਾ ਰਿਹਾ ਪ੍ਰੈਜ਼ੀਡੈਂਟ ਮਸਟ ਰਿਜ਼ਾਈਨ, ਪ੍ਰੈਜ਼ੀਡੈਂਟ ਮਸਟ ਰਿਜ਼ਾਈਨ। ਪ੍ਰੈਜ਼ੀਡੈਂਟ ਨੇ ਤਾਂ ਕੁਝ ਕਿਹਾ ਹੀ ਨਹੀਂ, ਬਾਈ ਵਿਲ ਸ਼ੀ ਰਿਜ਼ਾਈਨ ਹੈ।
ਤੇ ਅਸੀਂ ਪ੍ਰੈਜ਼ੀਡੈਂਟ ਨੂੰ ਇਹਦੇ ਮਾਨ ਸਤਿਕਾਰ ਦੇ ਨਾਲ ਬਣਾਇਆ। ਜਦੋਂ ਅਸੀਂ ਬਣਾਉਣਾ ਚਾਹੁੰਦੇ ਸੀ ਪ੍ਰੈਜ਼ੀਡੈਂਟ ਨੂੰ ਮਾਨ ਸਤਿਕਾਰ, ਐਸਾ ਮਾਨ ਸਤਿਕਾਰ ਤੇ ਕਾਂਗਰਸ ਨੇ ਕਦੀ ਪ੍ਰੈਜ਼ੀਡੈਂਟ ਨੂੰ ਦਿੱਤਾ ਹੀ ਨਹੀਂ ਹੈ। ਤੁਹਾਨੂੰ ਪਤਾ ਹੀ ਹੈ, ਇੱਕ ਟਾਈਮ ਸੀਗਾ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦਾ, ਹੀ ਵਾਸ ਦਾ ਜੈਂਟਲਮੈਨ, ਉਹਨਾਂ ਦੇ ਨਾਲ ਅੱਛਾ ਟਾਈਮ ਕੱਟ ਕੇ ਚਲੇ ਗਏ ਪ੍ਰੈਜ਼ੀਡੈਂਟ ਅਬਦੁਲ ਕਲਾਮ, ਨਹੀਂ ਤਾਂ ਇਹ ਤੇ ਦੁਰਦਸ਼ਾ ਕਰ ਦਿੰਦੇ। ਚਲੋ ਠੀਕ ਹੈ, ਮੇਰਾ ਸਵਾਲ ਇਹ ਹੈ ਆਲੂਵਾਲੀਆ ਸਾਹਿਬ ਕਿ ਕੀ ਕੋਈ ਬਦਲ ਹੈਗਾ ਕਿ ਵਿਰੋਧ ਦਾ ਤਰੀਕਾ ਸਿਰਫ ਇਹੀ ਹੈ ਕਿ ਬਸ ਉਹਦੇ ਚ ਪਾਰਟਿਸਿਪੇਟ ਨਹੀਂ ਕਰਨਾ, ਬਾਈਕਾਟ ਕੀਤਾ ਜਾਵੇ, ਜਾਂ ਕੋਈ ਹੋਰ